आज्ञाकारी तुम्हारी गत मित नानक दास तुम्हारी गत मित तुम ही जानी नानक दास। श्लोक महला दूजा पे जाने करया पापे आने रास तिसै अगे नानका खलै कीचे अरदास। इक ओंकार सतगुर प्रसाद प्रथम अकाल पुरख सिमर कै गुरु नानक लई ध्याए। गुरु अंगद जी गुरु अमरदास जी गुरु रामदास जी होए सहाय। गुरु अर्जन जी गुरु हरगोबिंद जी सिमरो गुरु हराए। गुरु हर कृष्ण जी ध्याईऐ सब सुख वसै मन आए। गुरु तेग बहादुर जी सिमरिया निरभव नाम ध्याए। दसवें पातशाह गुरु गोबिंद सिंह जी जोत ओहा जुगत साए सब थाई होए सहाय। दसां जामिया विच वरती इको गुरु जोत शब्द गुरु श्री गुरु ग्रंथ साहिब जी दे पाठ दीदार विचार दा ध्यान करके बोलो जी। 10 पातशाहियां 4 साहिबजादे 5 प्यारे जीवन मुक्ते समूह संता समूह भगता जिन्हां नाम जपिया वंड छकिया देग चलाई तेग वाही धर्म हेत सीस दिते। गुरुद्वारियां दी सेवा संभाले तन मन धन वारिया। सिੱਖੀ सिदक केसा स्वासा नाल निभाया। तिना प्यारियां सचियारियां सिदकवान शहीद सिंह ਸਿੰਘਣੀਆਂ ਭੁਜੰਗਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਅਕਾਲ ਪੁਰਖ ਦੇ ਸੱਚੇ ਤਖਤ ਸਹਿਤ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤ ਆਵੇ। ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਪੰਥ ਕੀ ਜੀਤ ਅਕਾਲ ਪੁਰਖ ਜੀ ਸਹਾਏ। ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹੁ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਦੇ ਗਿਆਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਗੁਰੂ ਪੰਥਕਾਂ ਦੇ ਸਦਾ ਸਹਾਈ ਦਾਤਾਰ ਜੀਓ। ਗੁਰਦੁਆਰਾ ਨਨਕਾਣਾ ਸਾਹਿਬ ਸਮੇਤ ਸਰਬੱਤ ਗੁਰਦੁਆਰਿਆਂ ਦੇ ਖੁੱਲੇ ਦਰਸ਼ਨ ਦੀਦਾਰ ਬਖਸ਼ੋ। ਪਟਨਾ ਸਾਹਿਬ ਹਜ਼ੂਰ ਸਾਹਿਬ ਕੁਝ ਹੋਰ ਸਥਾਨਾਂ ਤੇ ਹੋ ਰਹੀ ਗੁਰੂ ਦੀ ਬੇਅਦਬੀ ਤੇ ਮਨਮਤ ਨੂੰ ਠੱਲ ਪਾਉਣ ਦੀ ਚੇਤਨਤਾ ਤੇ ਅਗਵਾਈ ਆਪਣੇ ਖਾਲਸਾ ਪੰਥ ਨੂੰ ਬਖਸ਼ੋ। ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਉਟਿਆਂ ਕੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਆਪ ਜੀ ਦੇ ਚਰਨ ਕਮਲਾਂ ਵਿਖੇ ਦੋਏ ਕਰ ਜੋੜ ਅਰਦਾਸ ਬੇਨਤੀ ਸਤਿਗੁਰੂ ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ। ਸਤਿਗੁਰੂ ਸਮੂਹ ਸੰਗਤਾਂ ਨੇ ਸਤਿਗੁਰੂ ਅੱਜ ਦੇ ਹਫਤਾਵਾਰੀ ਦੀਵਾਨ ਔਰ ਵਿਸ਼ੇਸ਼ ਦੀਵਾਨਾਂ ਦੀਆਂ ਸਤਿਗੁਰੂ ਹਾਜ਼ਰੀਆਂ ਭਰੀਆਂ। ਸਤਿਗੁਰੂ ਜੀ ਸਜੇ ਦੀਵਾਨ ਵਿੱਚ ਸ਼ਬਦ ਗੁਰਬਾਣੀ ਜੀ ਦੇ ਕੀਰਤਨ ਗੁਰਮਤਿ ਵਿਚਾਰਾਂ 6 ਪੌੜੀਆਂ ਆਨੰਦ ਸਾਹਿਬ ਦਾ ਕੀਰਤਨ ਹੋਇਆ। ਭੁੱਲਾਂ ਦੀ ਮਾਫੀ ਬਖਸ਼ ਕਰਨੀ ਸਤਿਗੁਰੂ ਜੀ। ਦਾਰਾਈਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸਤਿਗੁਰੂ ਆਪਣੇ ਦਰ ਤੇ ਪ੍ਰਵਾਨ ਕਰਨੀਆਂ। ਸਭਨਾਂ ਨੂੰ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸੇ ਦੀ ਦਾਤ ਨਾਮ ਦਾਨ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ। ਪਰਿਵਾਰ ਅੰਦਰ ਸੁਖ ਸ਼ਾਂਤੀ ਦੀ ਦਾਤ ਦੇ ਰੋਗਤਾ ਤੰਦਰੁਸਤੀ ਦੀਆਂ ਦਾਤਾਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ। ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨਾ। ਦੇਸਾਂ ਪ੍ਰਦੇਸਾਂ ਵਿੱਚ ਅੰਗ ਸੰਗ ਸਹਾਈ ਹੋਣਾ। ਸਤਿਗੁਰੂ ਜੀਓ
ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਸਮੂਹ ਸੰਗਤਾਂ ਵੱਲੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਤਿਗੁਰੂ ਜੀ ਕਰੋ ਕਿਰਪਾ, ਆਪਣੇ ਇਲਾਹੀ ਮੁਖਵਾਕ ਦੁਆਰਾ ਸਮੂਹ ਸੰਗਤਾਂ ਨੂੰ ਅਸੀਸਾਂ ਬਖਸ਼ਿਸ਼ ਕਰੋ। ਸੁਖ ਹੋਵੇ, ਤੇਰਾ ਨਾਮ ਚਿੱਤੇ ਆਵੇ, ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ, ਸਦਾ ਨਾਨਕ ਕੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਏ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਵਾਲਿਓ, ਜੋ ਪ੍ਰਭ ਕੋ ਮਿਲ ਬੋਚ ਹੈ। ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇਵੰਦੇ, ਜੋ ਸ਼ਰਧਾ ਕਰ ਸੇਵੰਦੇ, ਗੁਰ ਪਾਰ ਉਤਾਰਨ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਵਾਹਿਗੁਰੂ ਜੀ। ਧੰਨ ਧੰਨ ਗੁਰੂ ਗਰੀਬ ਨਵਾਜ ਅਮਹਿ ਦ੍ਰਿਸ਼ਟ, ਸ਼ੁਭ ਕਰੈ ਹਰਿ ਭਗ ਪਾਪ ਸਗਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ, ਦੁਖ ਸੰਸਾਰ ਹੈ ਖੋਵੈ। ਗੁਰੂ ਨਾਨਕ ਦਰਿਆ ਜਨਮ ਮੁਕਾਲ ਕੁਤ ਹੋਵੈ। ਸੁਖਹ ਟਲ ਗੁਰ ਸੇਵਿਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾ। ਸੁਖਹ ਟਲ ਗੁਰ ਸੇਵਿਐ, ਐਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਇ। ਸਤਿਨਾਮ ਵਾਹਿਗੁਰੂ ਜੀਓ। ਸਲੋਕ ਮਹਲਾ ਤੀਜਾ। ਸਤਿਗੁਰ ਕੀ ਸੇਵਾ ਗਾਖੜੇ, ਸਿਰ ਦੀਜੈ ਆਪ ਗਵਾਏ। ਸ਼ਬਦ ਮਰੈ ਫਿਰ ਨਾ ਮਰਹਿ, ਤਾਂ ਸੇਵਾ ਪਵੈ ਸਭ ਥਾਂ। ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਸ਼ਬਦ ਮਰੈ ਫਿਰ ਨਾ ਮਰਹਿ, ਤਾਂ ਸੇਵਾ ਪਵੈ ਸਭ ਥਾਂ। ਪਾਰਸ ਪਰਸੈ ਪਾਰਸ ਹੋਵੈ, ਸੱਚ ਰਹਿ ਲਿਵ ਲਾਏ। ਜਿਸ ਪੂਰਬ ਹੋਵੈ ਲਿਖਿਆ, ਤਿਸ ਸਤਿਗੁਰ ਮਿਲੈ ਪ੍ਰਭ ਆਏ। ਨਾਨਕ ਗਣਤੈ ਸੇਵਕ ਨਾ ਮਿਲੈ, ਜਿਸ ਬਖਸ਼ੈ ਸੋ ਪਾਵੈ ਥਾਂ। ਮਹਲਾ ਤੀਜਾ। ਮਹਿਲ ਕੁਮਹਿਲ ਨਾ ਜਾਣ, ਮੂਰਖ ਆਪਣੇ ਸੁਆਏ। ਸ਼ਬਦ ਚੀਨੈ ਤਾਂ ਮਹਿਲ ਲਹੈ, ਜੋਤੀ ਜੋਤ ਸਮਾਏ। ਸਦਾ ਸੱਚੇ ਕਾ ਭਾਉ ਮਨ ਵਸੈ, ਤਾਂ ਸਭਾ ਸੋਝੀ ਪਾਏ। ਸਤਿਗੁਰ ਆਪਣੇ ਘਰ ਵਰਤਦਾ, ਆਪੇ ਲੈ ਮਿਲਾਏ। ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ, ਜਿਸਨੂੰ ਕਿਰਪਾ ਕਰੇ ਰਜ਼ਾਏ ਪਉ। ਧਨ ਧਨ ਭਾਗ ਤੇਨਾ ਭਗਤ ਜਨਾ, ਜੋ ਹਰ ਨਾਮਾ ਹਰ ਮੁਖ ਕਹਤੇ ਆ।
ਧਨ ਧਨ ਭਾਗ ਤਿਨਾ ਸੰਤ ਜਨਾ, ਜੋ ਹਰ ਜਸ ਸ਼੍ਰਵਣੀ ਸੁਣਦਿਆ। ਧਨ ਧਨ ਭਾਗ ਤਿਨਾ ਸਾਧ ਜਨਾ, ਹਰ ਕੀਰਤਨ ਗਾਏ ਗੁਣੀ ਜਨ ਬਣਦਿਆ। ਧਨ ਧਨ ਭਾਗ ਤਿਨਾ ਗੁਰਮੁਖਾ, ਜੋ ਗੁਰਮੁਖ ਲੈ ਮਨ ਜਿਣਤਿਆ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜਤਿਆ। ਸਭ ਤੋਂ ਵੱਡੇ ਭਾਗ ਗੁਰ ਸਿੱਖਾਂ ਕੇ, ਜੋ ਗੁਰ ਚਰਣੀ ਸਿੱਖ ਪੜਤਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਧ ਸੰਗਤ ਜੀ, ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ, ਅੱਜ ਦੇ ਇਸ ਸਮਾਗਮ ਵਿੱਚ ਹਾਜ਼ਰੀ ਆਨਲਾਈਨ ਅਤੇ ਸਮਾਗਮ ਸਾਹਮਣੇ ਬੈਠ ਕੇ ਸਤਿਗੁਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸ਼ਬਦ ਕੀਰਤਨ ਦਾ ਆਨੰਦ ਮਾਣ ਰਹੀਆਂ ਸੰਗਤਾਂ ਨੇ ਜੋ ਹੁਕਮਨਾਮਾ ਸਰਵਣ ਕੀਤਾ ਹੈ। ਧੰਨ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ 16ਵੀਂ ਵਾਰ ਦੇ ਵਿੱਚ ਇਹ 18ਵੀਂ ਪੌੜੀ ਹੈ। 2 ਸ਼ਲੋਕ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਇਸ ਪਵਿੱਤਰ ਪੌੜੀ ਦੇ ਨਾਲ ਅੰਕਿਤ ਨੇ। ਪਹਿਲੇ ਸ਼ਲੋਕ ਦੀ ਪਹਿਲੀ ਪੰਕਤੀ ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਗਾਖੜੀ ਦੇ ਅਰਥ ਨੇ ਕਠਨ, ਮੁਸ਼ਕਲ। ਕਹਿੰਦੇ ਨੇ ਸਤਿਗੁਰ ਦੀ ਸੇਵਾ ਕਰਨੀ ਬੜੀ ਔਖੀ ਹੈ, ਕਿਉਂਕਿ ਉਹਦੇ ਲਈ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਆਪਣਾ ਸੀਸ ਭੇਟ ਕਰਨਾ ਪੈਂਦਾ। ਸਿਰ ਦੀਜੈ ਆਪ ਗਵਾਏ। ਸੀਸ ਭੇਟ ਕਰਨਾ ਅਸਲ ਵਿੱਚ ਹੈ ਕੀ? ਸਤਿਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਵੀ ਜਿਹੜੀ ਇਹ ਗੱਲ ਆਖੀ ਸੀ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਂ ਮਿਲੋ। ਜੇ ਤੂੰ ਇਸ ਰਸਤੇ ਤੇ ਆਣਾ ਤੇ ਤੈਨੂੰ ਸੀਸ ਆਪਣਾ ਤਲੀ ਤੇ ਰੱਖ ਕੇ ਤੁਰਨਾ ਪਏਗਾ। ਬਾਬਾ ਦੀਪ ਸਿੰਘ ਜੀ ਨੇ ਜਿਸ ਤਰ੍ਹਾਂ ਆਪਣਾ ਸੀਸ ਤਲੀ ਤੇ ਰੱਖ ਕੇ ਸ਼ਹਾਦਤ ਦਿੱਤੀ, ਜਿਸ ਨੂੰ ਅਸੀਂ ਬਿਲਕੁਲ ਵੱਖਰਾ ਜਿਹਾ ਰੂਪ ਦੇ ਦਿੱਤਾ, ਕਿਉਂਕਿ ਪਿਕਚਰਾਂ ਉਸ ਤਰ੍ਹਾਂ ਦੀਆਂ ਬਣ ਗਈਆਂ ਨੇ। ਸੀਸ ਤਲੀ ਤੇ ਧਰਨ ਦਾ ਅਰਥ ਹੈ ਆਪਾਂ ਕੁਰਬਾਨ ਕਰ ਦੇਣਾ, ਆਪਾਂ ਨਿਛਾਵਰ ਕਰ ਦੇਣਾ, ਆਪਾਂ ਵਾਰ ਦੇਣਾ, ਆਪਾਂ ਵਾਰਨ ਤੋਂ ਪਿੱਛੇ ਨਾ ਹਟਣਾ। ਇਹ ਹੈ ਸੀਸ ਤਲੀ ਤੇ ਰੱਖਣਾ, ਤੇ ਉਹ ਉਹਨਾਂ ਨੇ ਕਰ ਵਿਖਾਇਆ। ਤੋ ਸਤਿਗੁਰ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜੇ ਤੂੰ ਇਸ ਢੰਗ ਦੇ ਨਾਲ ਆਪਣੀ ਸੇਵਾ ਕਰ ਸਕੇ ਤੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਪਤਾ ਗਿਣਤੀ ਕਿਸ ਤਰ੍ਹਾਂ ਹੋਵੇਗੀ ਤੇਰੀ, ਕਿੱਥੇ ਕਿਹੜੀ ਥਾਂ ਵਿੱਚ ਗਿਣਤੀ ਹੋਵੇਗੀ। ਹੁਣ ਉਸ ਗਿਣਤੀ ਮੈਂ ਸਾਰੀ ਸ਼ਬਦ ਦੀਆਂ ਵਿਚਾਰਾਂ ਨਹੀਂ ਕਰਨੀਆਂ ਚਾਹੁੰਦਾ, ਸਾਰੀਆਂ ਪੰਕਤੀਆਂ ਦੀਆਂ। ਮੈਂ ਅਖੀਰਲੀ ਪੌੜੀ ਦੇ ਉੱਤੇ ਆ ਜਾਣਾ ਵੀ ਹੁਣ ਕਿਹੜੀ ਗਿਣਤੀ ਦੱਸੀ ਹੈ ਸਤਿਗੁਰ ਪਾਤਸ਼ਾਹ। ਉਸ ਗਿਣਤੀ ਦੇ ਵਿੱਚ ਕੁਝ ਵਿਸ਼ੇਸ਼ ਚੀਜ਼ਾਂ ਦਾ ਜ਼ਿਕਰ ਕੀਤਾ। ਕਹਿੰਦੇ ਨੇ ਉਹ ਲੋਕ ਇਸ ਗਿਣਤੀ ਵਿੱਚ ਆਉਂਦੇ ਨੇ, ਕਹਿੰਦੇ ਨੇ ਉਹ ਗੁਰਸਿੱਖ ਜਿਹੜੇ ਨੇ ਇਸ ਗਿਣਤੀ ਵਿੱਚ ਉਹਨਾਂ ਨੂੰ ਮੰਨਿਆ ਜਾਂਦਾ ਹੈ। ਕਹਿੰਦੇ ਨੇ ਮੈਂ ਉਹਨਾਂ ਨੂੰ ਧੰਨ ਆਖਦਾ। ਕਹਿੰਦੇ ਨੇ ਧੰਨ ਧੰਨ ਭਾਗ ਤਿੰਨਾਂ ਭਗਤ ਜਨਾਂ। ਕਹਿੰਦੇ ਨੇ ਉਹ ਭਗਤ ਜਨ ਬਣ ਗਏ ਜਿਹੜੇ ਆਪਣੇ ਗੁਰੂ ਦੇ ਇਸ ਮੁਤਾਬਕ ਆਪਣਾ ਜੀਵਨ ਬਤੀਤ ਕਰਨ ਲੱਗ ਪਏ, ਜਿਨ੍ਹਾਂ ਨੇ ਗੁਰੂ ਕੀ ਗਾਖੜੀ, ਗੁਰੂ ਕੀ ਮੁਸ਼ਕਲ ਸੇਵਾ ਦੇ ਵਿੱਚ ਆਪਣੇ ਪੈਰ ਧਰਿਆ। ਤੇ ਸਤਿਗੁਰ ਗਰੀਬਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਦੇ ਵਿੱਚੋਂ ਕੁਝ ਐਸੇ ਹੋਏ ਜਿਨ੍ਹਾਂ ਨੂੰ ਭਗਤ ਆਖਿਆ ਗਿਆ, ਤੇ ਉਹਨਾਂ ਨੇ ਕੀ ਕੀਤਾ, ਹਰ ਨਾਮਾ ਮੁਖ ਕਹਤੇ ਆ, ਪਰਮੇਸ਼ਰ ਦਾ ਨਾਮ ਜਪਿਆ। ਕਹਿੰਦੇ ਨੇ ਧੰਨ 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 ਉਹ ਬੜੇ ਸ਼ੋਭਨੀਕ ਹੋ ਗਏ। ਫਿਰ ਅਗਲੀ ਗੱਲ ਸਤਿਗੁਰ ਪਾਤਸ਼ਾਹ ਜੀ ਆਖ ਰਹੇ ਨੇ, ਕਹਿੰਦੇ ਨੇ ਮੈਂ ਫਿਰ ਉਹਨਾਂ ਨੂੰ ਵੇਖਦਾ, ਉਸ ਤੋਂ ਅਗਲੀ ਗਿਣਤੀ ਕਰਦੇ ਨੇ। ਕਹਿੰਦੇ ਨੇ ਧੰਨ ਧੰਨ ਭਾਗ ਤਿੰਨਾਂ ਸੰਤ ਜਨਾ, ਜੋ ਹਰ ਜਸ ਸ਼੍ਰਵਣੀ ਸੁਣਤੇ ਆ। ਕਹਿੰਦੇ ਨੇ ਕੁਝ ਐਸੇ ਨੇ ਜਿਹੜੇ ਪਰਮੇਸ਼ਰ ਦਾ ਨਾਮ ਜਪ ਕੇ ਵੱਡਿਆਂ ਭਾਗਾਂ ਵਾਲੇ ਹੋ ਗਏ, ਕੁਝ ਐਸੇ ਨੇ ਜਿਹੜੇ ਸੁਣ ਕੇ ਹੋ ਗਏ। ਕੇਵਲ ਕਹਿਣਾ ਹੀ ਨਹੀਂ, ਕੇਵਲ ਕੀਰਤਨ ਕਰਨਾ ਹੀ ਨਹੀਂ, ਕੀਰਤਨ ਸੁਣਨਾ ਵੀ ਉਤਨਾ ਹੀ ਮਹਾਤਮ ਹੈ, ਉਤਨਾ ਹੀ ਇਸ ਦਾ ਫਲ ਹੈ।
ਉਤਨਾ ਹੀ ਇਸ ਦਾ ਵੱਡਾ ਰੁਤਬਾ ਹੈ। ਸੁਣਨ ਤੇ ਸੁਣਾਉਣ ਦਾ ਬਿਲਕੁਲ ਬਰਾਬਰ ਰੁਤਬਾ। ਮੈਂ ਵੀ ਤੁਹਾਨੂੰ ਆਪਣੀ ਵਾਰੀ ਗੱਲ ਕੀਤੀ ਹੈ। ਇਸ ਕਰਕੇ ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ ਉਹ ਵੀ ਧੰਤਾ ਯੋਗ ਹੋ ਗਏ, ਉਹ ਵੀ ਵੱਡੇ ਭਾਗਾਂ ਵਾਲੇ ਹੋ ਗਏ। ਤੇ ਉਸ ਤੋਂ ਅਗਲੀ ਗੱਲ ਸਤਿਗੁਰ ਪਾਤਸ਼ਾਹ ਜੀ ਨੇ ਆਖਿਆ, ਕਹਿੰਦੇ ਨੇ ਉਹ ਧੰਨ ਨੇ ਜਿਹੜੇ ਕੀਰਤਨ ਆਪਣੇ ਸ਼ਰਵਣਾਂ ਦੇ ਨਾਲ, ਆਪਣੇ ਸਰੋਤ ਦੇ ਨਾਲ, ਆਪਣੇ ਕੰਨਾਂ ਦੇ ਨਾਲ ਪ੍ਰੇਮ ਨਾਲ ਸੁਣਦੇ ਨੇ। ਤੇ ਫਿਰ ਉਸ ਤੋਂ ਅਗਲੀ ਗਿਣਤੀ ਕੀਤੀ, ਕਹਿੰਦੇ ਨੇ ਧੰਨ ਧੰਨ ਭਾਗ ਤਿਨਾਂ ਗੁਰਮੁਖਾਂ ਜੋ ਗੁਰ ਸਿੱਖ ਲੈ ਮਨ ਜਣਤਿਆਂ। ਕਹਿੰਦੇ ਉਹ ਸਿੱਖ ਵੀ ਧੰਤਾ ਦੇ ਯੋਗ ਨੇ ਜਿਨ੍ਹਾਂ ਗੁਰਸਿੱਖਾਂ ਨੇ ਗੁਰਸਿੱਖਾਂ ਦੇ ਮਨ ਨੂੰ ਜਿੱਤ ਲਿਆ। ਭਾਵ ਕਿ ਇੱਕ ਸਿੱਖ ਨੇ ਦੂਸਰੇ ਮਨ ਨੂੰ ਜਿੱਤਿਆ। ਤੇ ਉਹ ਜਿੱਤਦਾ ਕਿਸ ਤਰ੍ਹਾਂ ਹੈ? ਉਸ ਦੇ ਜਿੱਤਣ ਵਾਸਤੇ ਕਿਉਂਕਿ ਉਹ ਉਸ ਦੇ ਮਨ ਦੇ ਵਿੱਚ ਇਸ ਪ੍ਰਕਾਰ ਦੇ ਵਿਚਾਰ ਪੈਦਾ ਕਰਦਾ ਹੈ ਜਿਹੜਾ ਵਿਚਾਰ ਗੁਰੂ ਸਾਨੂੰ ਬਖਸ਼ਿਸ਼ ਕਰਦਾ ਹੈ, ਤੇ ਫਿਰ ਆਪੇ ਮਨ ਜਿੱਤਿਆ ਗਿਆ। ਤੇ ਸਤਿਗੁਰ ਗਰੀਬ ਨੂੰ ਅੱਜ ਪਾਤਸ਼ਾਹ ਜੀ ਨੇ ਅਗਲੀ ਗੱਲ ਆਖੀ, ਕਹਿੰਦੇ ਨੇ ਇਸੇ ਤਰ੍ਹਾਂ ਦੇ ਨਾਲ ਕਹਿੰਦੇ ਨੇ ਮੈਂ ਫਿਰ ਕੀ ਵੇਖਦਾ ਹਾਂ, ਕਹਿੰਦੇ ਨੇ ਮੈਂ ਸਭ ਤੋਂ ਵੱਡੇ ਭਾਗ, ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਦੇ ਆ। ਕਹਿੰਦੇ ਨੇ ਜਿਹੜਾ ਸਿੱਖ ਹਮੇਸ਼ਾ ਵਾਸਤੇ ਆਪਣੇ ਆਪ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਰੱਖ ਲਵੇ, ਗੁਰੂ ਦੇ ਚਰਨਾਂ ਤੋਂ ਨਿਛਾਵਰ ਹੋ ਜਾਏ, ਕਹਿੰਦੇ ਨੇ ਉਸ ਦੇ ਭਾਗ ਸਭ ਤੋਂ ਉੱਤਮ ਨੇ, ਸਭ ਤੋਂ ਵੱਡੇ ਨੇ। ਇਹ ਗਿਣਤੀ ਵਿੱਚ ਸਭ ਤੋਂ ਉੱਤਮ ਭਾਗ ਸਤਿਗੁਰ ਪਾਤਸ਼ਾਹ ਜੀ ਨੇ ਉਹਨਾਂ ਦੇ ਦਰਸਾਏ ਨੇ ਜਿਹੜੇ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਹਮੇਸ਼ਾ ਵਾਸਤੇ ਸਮਰਪਿਤ ਕਰ ਦਿੰਦੇ ਨੇ। ਸਤਿਗੁਰ ਪਾਤਸ਼ਾਹ ਜੀ ਕਿਰਪਾਲਤਾ ਕਰਨ, ਰਹਿਮਤ ਮਿਹਰ ਬਖਸ਼ਿਸ਼ ਕਰਨ। ਅਸੀਂ ਇਹ ਦਾਤ ਸਤਿਗੁਰ ਪਾਸੋਂ ਪ੍ਰਾਪਤ ਕਰਕੇ ਜੀਵਨ ਦੀ ਸਫਲਤਾ ਪ੍ਰਾਪਤ ਕਰ ਲਈਏ। ਅੱਜ ਦੀ ਅਰਦਾਸ ਮੈਂ ਭਾਈ ਸਾਹਿਬ ਜੀ ਨੂੰ ਇਸ ਕਰਕੇ ਬੇਨਤੀ ਕੀਤੀ ਸੀ ਕਿਉਂਕਿ ਅੱਜ ਸ਼ਨੀਵਾਰ ਦਾ ਦੀਵਾਨ ਆਨਲਾਈਨ ਟੋਰਾਂਟੋ ਤੋਂ ਸਿੰਘ ਸਾਹਿਬ ਜੀ ਅਤੇ ਮੇਰੇ ਵੀਰ ਆ ਗਿਆ ਰਜੀਵਪਾਲ ਸਿੰਘ ਜੀ ਅਤੇ ਬੇਟਾ ਜੋਗਨਪ੍ਰੀਤ ਸਿੰਘ ਜੀ ਇਹ ਕਰਦੇ ਨੇ। ਤੇ ਅਸੀਂ ਉਸ ਦੀਵਾਨ ਨੂੰ ਮੈਂ ਉਸੇ ਰੂਪ ਵਿੱਚ ਹੀ ਅੱਜ ਰੱਖਣਾ ਚਾਹੁੰਦਾ ਸਾਂ ਵੀ ਤਾਂ ਕਿ ਵਿਦੇਸ਼ ਵਿੱਚ ਬੈਠੀਆਂ ਹੋਈਆਂ ਸੰਗਤਾਂ ਬਹੁਤ ਦੂਰ ਦੁਰਾਡੇ ਤੱਕ ਜਿੱਥੇ ਨੇ ਉਹ ਇਹ ਮਹਿਸੂਸ ਨਾ ਕਰਨ ਵੀ ਅਸੀਂ ਕਿਤੇ ਉਪਰੀ ਥਾਂ ਆਏ ਹੋਏ। ਸੋ ਇਸ ਕਰਕੇ ਉਹਨਾਂ ਨੂੰ ਇਹ ਮਹਿਸੂਸ ਹੋਵੇ ਵੀ ਤੁਸੀਂ ਉਸੇ ਥਾਂ ਦੇ ਹੋ ਜਿਸ ਥਾਂ ਦੇ ਉੱਤੇ ਤੁਸੀਂ ਹਮੇਸ਼ਾ ਸੁਣਦੇ ਹੋ। ਸੋ ਤੁਹਾਨੂੰ ਓਪਰਾਪਨ ਮਹਿਸੂਸ ਨਾ ਹੋਵੇ। ਮੈਂ ਧੰਨਵਾਦ ਕਰਦਾ ਹਾਂ ਸਿੱਖ ਸਾਹਿਬ ਜੀ ਦਾ ਜਿਨ੍ਹਾਂ ਨੇ ਬੇਨਤੀ ਪ੍ਰਵਾਨ ਕਰਕੇ ਆਪ ਸੰਗਤਾਂ ਨੂੰ ਇੱਥੇ ਕੀਰਤਨ ਦੀ ਅੱਜ ਹਾਜ਼ਰੀ ਭਰੀ ਹੈ। ਕੱਲ੍ਹ ਦਾ ਦੀਵਾਨ ਜਿਹੜਾ 11:30 ਵਜੇ ਮੈਂ ਚਾਹਾਂਗਾ ਜੀ ਆਸਾ ਕੀ ਵਾਰ ਤੋਂ ਬਾਅਦ 11:30 ਵਜੇ ਜਿਹੜਾ ਦੀਵਾਨ ਸ਼ੁਰੂ ਹੁੰਦਾ ਤੁਹਾਡੀ ਹਾਜ਼ਰੀ ਅੱਜ ਦੀ ਹਾਜ਼ਰੀ ਦੀ